ਲਾਈਕ ਸਬਸਕ੍ਰਾਈਬ ਐਂਡ ਸ਼ੇਅਰ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ। ਅੱਜ ਦਾ ਆਪਣਾ ਟੌਪਿਕ ਹੈ ਮੋਤੀ। ਮੋਤੀ ਦਾ ਪਹਿਲਾ ਪ੍ਰਸ਼ਨ ਹੈਗਾ, ਮੋਤੀ ਕਹਾਣੀ ਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ ਜਾਂ ਮੋਤੀ ਕਹਾਣੀ ਦਾ ਸਾਰ ਲਿਖੋ। ਉੱਤਰ, ਮੋਤੀ ਕਹਾਣੀ ਮਹਿੰਦਰ ਸਿੰਘ ਜੋਸ਼ੀ ਦੀ ਲਿਖੀ ਹੋਈ ਹੈ। ਇਸ ਕਹਾਣੀ ਦਾ ਵਿਸ਼ਾ ਮਾਂ ਦੀ ਮਮਤਾ ਹੈ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਦਿੱਤੇ ਅਤੇ ਰੱਖੀ ਦੇ ਦੋ ਪੁੱਤਰ ਸਨ। ਵੱਡੇ ਦਾ ਨਾਂ ਮਾਮਦੀਨ ਅਤੇ ਛੋਟੇ ਦਾ ਨਾਂ ਤੌਫੀਕ ਸੀ। ਦੇਸ਼ ਦੀ ਵੰਡ ਵਿੱਚ ਉਹ ਦੋਵੇਂ ਮਾਰੇ ਗਏ। ਵੱਡੇ ਨੂੰ ਕਿਸੇ ਪੁਲਿਸ ਹਾਕਮ ਨੇ ਮਾਰ ਦਿੱਤਾ ਅਤੇ ਛੋਟੇ ਨੂੰ ਕਿਸੇ ਫਿਰਕੂ ਜਨੂਨੀਏ ਨੇ ਮਾਰ ਦਿੱਤਾ। ਉਹ ਕੁਮਾਰ ਸਨ ਅਤੇ ਖੋਤਿਆਂ ਨਾਲ ਕੰਮ ਕਰਦੇ ਸਨ। ਹੁਣ ਪਿੰਡ ਦੇ ਲੋਕ ਦਿੱਤੇ ਨੂੰ ਪਾਕਿਸਤਾਨ ਜਾਣ ਲਈ ਕਹਿ ਰਹੇ ਸਨ, ਪਰ ਉਸ ਨੂੰ ਇਹ ਸੁਝਾਅ ਬੜਾ ਬੁਰਾ ਲੱਗਾ ਕਿਉਂਕਿ ਪਾਕਿਸਤਾਨ ਵਿੱਚ ਉਸਦਾ ਕੋਈ ਵੀ ਨਹੀਂ ਸੀ। ਫਿਰ ਪਿੰਡ ਦੇ ਕੁਝ ਸਿਆਣਿਆਂ ਨੇ ਉਸ ਨੂੰ ਆਪਣਾ ਨਾਂ ਵਟਾਉਣ ਲਈ ਕਿਹਾ। ਇਸ ਸੁਝਾਅ 'ਤੇ ਉਹ ਮੰਨ ਗਿਆ ਅਤੇ ਸਿੱਖ ਬਣ ਗਿਆ। ਪਰ ਪਿੰਡ ਦੇ ਖਰੂਦੀ ਮੁੰਡੇ ਇਸ ਨਾਲ ਵੀ ਸੰਤੁਸ਼ਟ ਨਾ ਹੋਏ। ਉਹਨਾਂ ਨੇ ਕਿਹਾ ਕਿ ਉਹ ਖਿਸਕਦੇ ਬਣ, ਨਹੀਂ ਤਾਂ ਉਹ ਉਹਨਾਂ ਨੂੰ ਹਥਿਆਰਾਂ ਨਾਲ ਨਿਪਟਣਗੇ। ਕਿਸੇ ਸਿਆਣੇ ਦੀ ਸਲਾਹ ਉੱਤੇ ਦਿੱਤੇ ਨੇ ਖੋਤੇ ਵੇਚ ਦਿੱਤੇ ਅਤੇ ਉਹ ਸਫੇਦ ਪੋਸ਼ਾਕ ਨਿਰਾਤਾ ਸਿੰਘ ਦੇ ਪਸ਼ੂ ਸੰਭਾਲਣ ਲਈ ਰੋਟੀ ਧੋਤੀ ਉੱਤੇ ਨੌਕਰ ਬਣ ਗਿਆ। ਉਸ ਨੂੰ ਫਸਲ ਆਈ ਅਤੇ 15 ਰੁਪਏ ਨਕਦ ਦੇਣੇ ਵੀ ਮੰਨ ਲਏ। ਰੱਖੀ ਨਿੱਕੇ ਮੋਟੇ ਕੰਮ ਕਰਦੀ, ਪਰ ਉਸ ਨੂੰ ਗੁਆਚੇ ਲਾਲ ਨਾ ਭੁੱਲਦੇ। ਉਹ ਦਿੱਤੇ ਨੂੰ ਰਾਤ ਨੂੰ ਪਈ ਯਾਦ ਕਰਕੇ ਰੋਂਦੀ ਰਹਿੰਦੀ। ਇੱਕ ਸ਼ਾਮ ਜੰਗੀਰ ਭੰਗੂ ਦੀ ਨੂੰਹ ਬੱਚਾ ਹੋਣਾ ਸੀ ਅਤੇ ਉਹ ਰੱਖੀ ਨੂੰ ਬੁਲਾ ਕੇ ਲੈ ਗਿਆ। ਉਸਨੇ ਉਸਦੇ ਦੇਖਭਾਲ ਕੀਤੀ। ਉਹਨਾਂ ਦੇ ਲੜਕਾ ਹੋਇਆ ਅਤੇ ਉਹ ਬੜੇ ਖੁਸ਼ ਹੋਏ। ਨੂੰਹ ਨੇ ਰੱਖੀ ਨੂੰ ਕੁਝ ਮੰਗਣ ਲਈ ਕਿਹਾ। ਰੱਖੀ ਨੇ ਬਿਨਾਂ ਕੁਝ ਸਮਝੇ ਇੱਕ ਗਧਾ ਲੈ ਕੇ ਦੇਣ ਲਈ ਕਿਹਾ। ਉਹ ਇਸ ਮੰਗ 'ਤੇ ਬੜੇ ਹੱਸੇ, ਪਰ ਉਹਨਾਂ ਅਗਲੀ ਸਵੇਰ 3 ਕੁ ਮਹੀਨੇ ਦਾ ਗਧਾ ਦਾ ਬੱਚਾ ਉਹਨਾਂ ਦੇ ਵਿਹੜੇ ਲਿਆ ਬੰਨ੍ਹ ਦਿੱਤਾ। ਰੱਖੀ ਦੀ ਇਸ ਮੰਗ 'ਤੇ ਬੜਾ ਕਲਪਿਆ, ਪਰ ਰੱਖੀ ਨੇ ਉਸ ਗਧੇ ਨੂੰ ਬਹੁਤ ਹੀ ਪਿਆਰ ਅਤੇ ਸੇਵਾ ਨਾਲ ਪਾਲਣਾ ਸ਼ੁਰੂ ਕਰ ਦਿੱਤਾ। ਉਹ ਉਸ ਨੂੰ ਮਲ ਕੇ ਨਹਾਉਂਦੀ, ਉਸ ਦੇ ਪਿੰਡੇ ਉੱਤੇ ਮਹਿੰਦੀ ਨਾਲ ਮੂਰਤਾਂ ਛਾਪਦੀ, ਸੁੱਕੀ ਕਣਕ ਦੇ ਛੋਲੇ ਖਾਣ ਲਈ ਦਿੰਦੀ ਅਤੇ ਉਸਦਾ ਪਿੰਡਾ ਲਿਸ਼ਕਾ ਕੇ ਰੱਖਦੀ। ਉਹ ਦਿੱਤੇ ਨੂੰ ਕਹਿੰਦੀ ਕਿ ਉਹ ਉਸ ਨੂੰ ਉਸ ਉੱਪਰ ਭਾਰ ਨਹੀਂ ਲੱਦਣ ਦਿਆ ਕਰੇਗੀ। ਉਸਨੇ ਆਪਣੇ ਪੁੱਤਰਾਂ ਦੇ ਨਾਂ 'ਤੇ ਉਸਦਾ ਨਾਂ ਮੋਤੀ ਰੱਖਿਆ। ਮੰਮਾ ਮਾਮਦੀਨ ਦੇ ਨਾਂ ਦਾ ਸੀ ਅਤੇ ਤੱਤਾ ਤੌਫੀਕ ਦੇ ਨਾਂ ਦਾ। ਉਹ ਜਦੋਂ ਵੀ ਮੂੰਹੋਂ ਮੋਤੀ ਸ਼ਬਦ ਕੱਢਦੀ, ਉਸ ਦੇ ਬੁੱਲ੍ਹ ਸ਼ਹਿਦ ਨਾਲ ਭਿੱਜ ਜਾਂਦੇ। ਦਿੱਤਾ ਮਿਆਦੀ ਬੁਖਾਰ ਨਾਲ ਮੰਜੇ 'ਤੇ ਪੈ ਗਿਆ। ਰੱਖੀ ਨੂੰ ਪੈਸੇ ਧੇਲੇ ਦੀ ਬਹੁਤ ਤੰਗੀ ਆਈ। ਉਸਨੇ ਗਿੱਧਾ ਮੱਲ ਤੋਂ ਕੁਝ ਕਰਜ਼ਾ ਲਿਆ, ਪਰ ਅਜੇ ਕਰਜ਼ੇ ਨੂੰ ਮਹੀਨਾ ਵੀ ਨਹੀਂ ਪੂਰਾ ਹੋਇਆ ਸੀ ਕਿ ਗਿੱਧੇ ਦਾ ਮੁੰਡਾ ਲਛਮਣ ਵਿਆਜ ਵਿੱਚ ਉਸ ਦਾ ਮੋਤੀ ਖੋਲ੍ਹ ਕੇ ਲੈ ਗਿਆ। ਰੱਖੀ ਦਾ ਮਨ ਬਹੁਤ ਦੁਖੀ ਹੋਇਆ। ਉਸਨੇ ਗਿੱਧੇ ਨੂੰ ਬਹੁਤ ਗਾਲਾਂ ਕੱਢੀਆਂ। ਜਦੋਂ ਦਿੱਤੇ ਨੇ ਉਹਨੂੰ ਹੌਸਲਾ ਦਿੰਦਿਆਂ ਕਿਹਾ ਕਿ ਗਿੱਧੇ ਨਾਲ ਆਪਣੇ ਪੁਰਾਣੇ ਸੰਬੰਧ ਦੱਸੇ, ਤਾਂ ਰੱਖੀ ਨੇ ਉਸ ਦਾ ਮੂੰਹ ਨਹੁੰਦਰਾਂ ਨਾਲ ਵਲੂੰਧਰ ਦਿੱਤਾ। ਗਿੱਧੇ ਹੋਰਾਂ ਦੀ ਹਵੇਲੀ ਵਿੱਚੋਂ ਮੋਤੀ ਬਹੁਤ ਉਦਾਸ ਹੋਇਆ। ਉਸਨੇ ਉਹਨਾਂ ਦੇ ਘਰ ਕੁਝ ਨਾ ਖਾਧਾ। ਰੱਖੀ ਨੂੰ ਵੀਰਵਾਰ ਦੀ ਰਾਤ ਨੂੰ ਆਪਣੇ ਪੁੱਤਰਾਂ ਸੰਬੰਧੀ ਇੱਕ ਬਹੁਤ ਭੈੜਾ ਸੁਪਨਾ ਆਇਆ। ਉਹ ਤੜਕੇ ਉੱਠੀ ਅਤੇ ਫਿਰ ਸਵੇਰੇ ਸਿੱਧੀ ਗਿੱਧੇ ਦੇ ਘਰ ਵੱਲ ਦੌੜੀ। ਉੱਥੇ ਉਸਨੇ ਦੇਖਿਆ ਕਿ ਮੋਤੀ ਭੁੱਖ ਨਾਲ ਵਿਆਕੁਲ ਮੂਤਰਾਲਾਂ ਵਿੱਚ ਦਮ ਤੋੜ ਰਿਹਾ ਸੀ। ਇਹ ਦੇਖ ਕੇ ਰੱਖੀ ਕੰਬ ਗਈ ਅਤੇ ਘਰ ਆ ਕੇ ਪੀੜ੍ਹੀ 'ਤੇ ਡਿੱਗ ਪਈ। ਇਸ ਸਮੇਂ ਦਿੱਤੇ ਨੇ 10 ਕੁ ਦਿਨ ਦਾ ਇੱਕ ਚਿੱਟਾ ਦੁੱਧ ਕਤੂਰਾ ਰੱਖੀ ਵੱਲ ਵਧਾਉਂਦਿਆਂ ਕਿਹਾ, ਲੈ ਤੈਨੂੰ ਮੋਤੀ ਦਿਆਂ। ਮੋਤੀ ਸ਼ਬਦ ਸੁਣ ਕੇ ਰੱਖੀ ਚੀਕ ਉੱਠੀ। ਉਸਨੇ ਕਤੂਰੇ ਨੂੰ ਹੱਥਾਂ ਵਿੱਚ ਲੈ ਕੇ ਇੱਕ ਟੱਕ ਦੇਖਿਆ
ਜਿਵੇਂ ਉਹ ਮਾਮਦੀਨ ਤੇ ਤੌਫੀਕ ਦੀਆਂ ਅੱਖਾਂ ਲੱਭ ਰਹੀ ਹੋਵੇ। ਫਿਰ ਉਸਨੇ ਉਸ ਦੇ ਢਿੱਡ ਵਿੱਚ ਮੂੰਹ ਦੇ ਕੇ ਜ਼ੋਰ ਨਾਲ ਚੀਕ ਮਾਰੀ ਤੇ ਕਿਹਾ, ਮੇਰੇ ਬੱਚੇ। ਕਤੂਰਾ ਉਸ ਵੱਲ ਹੈਰਾਨੀ ਨਾਲ ਦੇਖ ਰਿਹਾ ਸੀ ਤੇ ਉਸਦੀ ਚਾਂਗਰ ਸੁਣ ਕੇ ਕੁੱਤਾ ਡਰ ਗਿਆ। ਰੱਖੀ ਨੂੰ ਉਸਨੂੰ ਹਿੱਕ ਨਾਲ ਘੁੱਟ ਕੇ ਉਸਦੀ ਬੁੱਥੀ ਚੁੰਮਣ ਲੱਗ ਪਈ। ਇਸ ਪ੍ਰਕਾਰ ਇਸ ਕਹਾਣੀ ਵਿੱਚ ਕਹਾਣੀਕਾਰ ਸਪਸ਼ਟ ਕਰਦਾ ਕਿ ਮਾਵਾਂ ਲਈ ਪੁੱਤਰ ਬਹੁਤ ਪਿਆਰੇ ਹੁੰਦੇ ਹਨ ਅਤੇ ਉਹ ਆਪਣੀ ਮਮਤਾ ਦੀ ਭੁੱਖ ਪੂਰੀ ਕਰਨ ਲਈ ਗਧੇ ਅਤੇ ਕੁੱਤੇ ਵਰਗੇ ਜਾਨਵਰਾਂ ਦੇ ਬੱਚਿਆਂ ਨੂੰ ਪਿਆਰ ਕਰਦੀਆਂ ਹਨ। ਪ੍ਰਸ਼ਨ ਦੂਜਾ, ਮੋਤੀ ਕਹਾਣੀ ਸੰਬੰਧੀ ਆਪਣੇ ਵਿਚਾਰ ਬਿਆਨ ਕਰੋ ਜਾਂ ਮੋਤੀ ਕਹਾਣੀ ਕਿਸ ਵਿਸ਼ੇ ਨੂੰ ਮੁੱਖ ਰੱਖ ਕੇ ਲਿਖੀ ਹੈ, ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ, ਸਰਦਾਰ ਮਹਿੰਦਰ ਸਿੰਘ ਜੋਸ਼ੀ ਨੇ ਮੋਤੀ ਕਹਾਣੀ ਵਿੱਚ ਦੇਸ਼ ਦੀ ਵੰਡ ਵੇਲੇ ਉਪਜੇ ਹਾਲਾਤਾਂ ਤੇ ਫਿਰਕੂਪਸੰਦਾਂ ਨਾਲ ਹੋਈ ਤਬਾਹੀ, ਉਜੜੇ ਲੱਖਾਂ ਕਿਰਤੀ ਪਰਿਵਾਰਾਂ ਦੀਆਂ ਮਜਬੂਰੀਆਂ ਤੇ ਦੇ ਦੁੱਖ ਕਲੇਸ਼ ਇਸ ਕਹਾਣੀ ਦਾ ਵਿਸ਼ਾ ਹਨ। ਇਹ ਵੀ ਦੱਸਿਆ ਗਿਆ ਹੈ ਕਿ ਇੱਕ ਮਾਂ ਜਿਸ ਦੇ ਦੋਵੇਂ ਪੁੱਤਰ ਜ਼ੁਲਮ ਦਾ ਸ਼ਿਕਾਰ ਹੋ ਗਏ ਸਨ, ਕਿਵੇਂ ਉਹਨਾਂ ਦੀ ਯਾਦ ਵਿੱਚ ਤੜਪਦੀ ਰਹੀ। ਬੱਚਿਆਂ ਤੋਂ ਬਿਨਾਂ ਮਾਂ ਕਿਸ ਤਰ੍ਹਾਂ ਜੀਵੇ ਤੇ ਜਿਸ ਮਾਂ ਦੇ ਦੋ ਜਵਾਨ ਪੁੱਤਰ ਬੁਢਾਪੇ ਦਾ ਆਸਰਾ ਹੀ ਤੁਰ ਗਏ ਹੋਣ, ਉਹ ਮਾਂ ਕਮਲੀ ਨਾ ਹੋਵੇ ਤਾਂ ਹੋਰ ਕੀ ਹੋਵੇ। ਰੱਖੀ ਵਿਚਾਰੀ ਮਮਤਾ ਦੀ ਮਾਰੀ ਕਦੀ ਖੋਤੇ ਦੇ ਬੱਚੇ ਦਾ ਨਾਂ ਮੋਤੀ ਰੱਖ ਕੇ ਆਪਣੇ ਮੋਏ ਪੁੱਤਰਾਂ ਦੀ ਯਾਦ ਦਿਲ ਵਿੱਚ ਤਾਜ਼ਾ ਕਰਦੀ ਹੈ। ਜਦੋਂ ਜ਼ਾਲਮ ਸਮਾਜ ਦੇ ਸੂਦਖੋਰ ਕਿਰਾੜ ਉਸ ਦੀ ਜਿੰਦ ਜਾਨ ਮੋਤੀ ਨੂੰ ਰੁਪਇਆਂ ਦੇ ਬਦਲੇ ਉਸਦੇ ਦਰਵਾਜ਼ੇ ਤੋਂ ਖੋਲ ਕੇ ਲੈ ਜਾਂਦਾ ਹੈ ਤਾਂ ਉਹ ਜ਼ਖਮੀ ਦਿਲ ਤੜਫਦਾ ਉੱਠਦਾ ਹੈ ਤੇ ਉਹ ਕਮਲੀ ਹੋ ਜਾਂਦੀ ਹੈ। ਇਹ ਸੱਟ ਉਹ ਸਹਿ ਨਹੀਂ ਕਰ ਸਕਦੀ। ਉਸਦਾ ਪਤੀ ਜਿੱਤਾ ਉਸਨੂੰ ਖੋਤੇ ਦੇ ਰੰਗ ਵਰਗਾ ਚਿੱਟਾ ਦੁੱਧ ਕਤੂਰਾ ਲਿਆ ਦਿੰਦਾ ਹੈ। ਕਤੂਰੇ ਦੀਆਂ ਅੱਖਾਂ ਵਿੱਚੋਂ ਵੀ ਉਸਨੂੰ ਪੁੱਤਰਾਂ ਦੀ ਨੁਹਾਰ ਦਿਸਦੀ ਹੈ। ਇਸ ਤਰ੍ਹਾਂ ਮੋਤੀ ਦੇ ਗੁਆਚਣ ਤੇ ਉਹ ਕੋਈ ਆਸਰਾ ਭਾਲਦੀ ਹੈ ਤੇ ਕਤੂਰੇ ਨੂੰ ਆਪਣਾ ਬੱਚਾ ਬਣਾ ਕੇ ਪਿਆਰ ਕਰਨ ਲੱਗ ਜਾਂਦੀ ਹੈ। ਇਸ ਤਰ੍ਹਾਂ ਪਸ਼ੂਆਂ ਦੇ ਬੱਚੇ ਨੂੰ ਪੁੱਤਰ ਬਣਾ ਕੇ ਪਾਲਣ ਨਾਲ ਉਸ ਦਾ ਦੁੱਖ ਉਘੜਦਾ ਹੈ। ਕਹਾਣੀ ਵਿੱਚ ਤਕੜਿਆਂ ਦਾ ਮਾੜਿਆਂ ਉੱਤੇ ਜ਼ੁਲਮ ਖੂਬ ਉਘੜ ਕੇ ਸਾਹਮਣੇ ਆਇਆ ਹੈ। ਦਿੱਤਾ ਵਿਚਾਰਾ ਭਾਰਤ ਨੂੰ ਆਪਣੇ ਵੱਡੇ ਵਡੇਰਿਆਂ ਦੀ ਜਨਮ ਭੂਮੀ ਸਮਝ ਕੇ ਛੱਡਣਾ ਨਹੀਂ ਚਾਹੁੰਦਾ, ਪਰ ਧਰਮ ਦੇ ਪਰਦੇ ਹੇਠਾਂ ਅੰਨੇ ਹੋਏ ਜ਼ਾਲਮ ਉਸ ਨੂੰ ਕੱਢਣਾ ਚਾਹੁੰਦੇ ਹਨ ਤੇ ਜਾਂ ਆਪਣੇ ਧਰਮ ਨੂੰ ਨਾਲ ਧਰਮ ਵਿੱਚ ਰਲਾਉਣਾ ਚਾਹੁੰਦੇ ਹਨ। ਦਿੱਤਾ ਵਿਚਾਰਾ ਮੰਨ ਜਾਂਦਾ ਹੈ ਤੇ ਉਹ ਦਿੱਤੇ ਤੋਂ ਗੁਰਦਿੱਤ ਸਿੰਘ ਬਣ ਜਾਂਦਾ ਹੈ। ਇਸ ਤਰ੍ਹਾਂ ਇਸ ਕਹਾਣੀ ਵਿੱਚੋਂ ਹਿੰਦੁਸਤਾਨ ਪਾਕਿਸਤਾਨ ਬਣਨ ਵਾਲੇ ਲੋਕਾਂ ਉੱਤੇ ਹੋਏ ਜ਼ੁਲਮਾਂ ਦੀ ਤਸਵੀਰ ਪ੍ਰਗਟ ਹੁੰਦੀ ਹੈ। ਇਹ ਲੋਕ ਦਿੱਤੇ ਦਾ ਧਰਮ ਬਦਲ ਕੇ ਵੀ ਸੰਤੁਸ਼ਟ ਨਹੀਂ ਹੁੰਦੇ ਤੇ ਉਸ ਦੀ ਕਿਰਤ ਦਾ ਸਾਧਨ ਗਧੇ ਨੂੰ ਵੀ ਉਸ ਤੋਂ ਖੋਹ ਲੈਂਦੇ ਹਨ। ਦਿੱਤਾ ਦੇਸ਼ ਦੀ ਮਿੱਟੀ ਖਾਤਰ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੈ। ਅਸਲ ਵਿੱਚ ਇਹ ਇੱਕ ਪਾਗਲਪਨ ਤੇ ਲਾਲਚ ਸੀ। ਉਸ ਸਮੇਂ ਲਟੇਰਿਆਂ ਦਾ ਕਿਸੇ ਧਰਮ ਨਾਲ ਪਿਆਰ ਨਹੀਂ, ਸਗੋਂ ਧਨ ਤੇ ਮਾਲ ਨਾਲ ਪਿਆਰ ਸੀ। ਇਸ ਕਹਾਣੀ ਵਿੱਚ ਜੋਸ਼ੀ ਨੇ ਬੜੇ ਕਲਮਾਈ ਢੰਗ ਨਾਲ ਮਾਂ ਦੀ ਮਮਤਾ ਨੂੰ ਪ੍ਰਗਟ ਕੀਤਾ ਹੈ। ਉੱਥੇ ਤਕੜਿਆਂ ਦਾ ਮਾੜਿਆਂ ਉੱਤੇ ਜ਼ੁਲਮ ਵੀ ਸਾਹਮਣੇ ਲਿਆਂਦਾ ਹੈ ਕਿ ਕਿਵੇਂ ਸੂਦਖੋਰ ਲਾਲਾ ਰੱਖੀ ਦੀ ਆਤਮਾ ਦਾ ਚੈਨ ਗਧਾ ਮੋਤੀ ਵੀ ਲੈ ਜਾਂਦਾ ਹੈ। ਇਸ ਪ੍ਰਕਾਰ ਕਹਾਣੀ ਦਾ ਵਿਸ਼ਾ ਪੰਜਾਬ ਦੇ ਇਤਿਹਾਸਿਕ ਦੁਖਾਂਤ ਨਾਲ ਸੰਬੰਧਿਤ ਹੋਣ ਤੋਂ ਇਲਾਵਾ ਯਥਾਰਥਕ ਅਤੇ ਮਹੱਤਵਪੂਰਨ ਵੀ ਹੈ। ਪ੍ਰਸ਼ਨ ਤੀਜਾ, ਹੇਠ ਲਿਖੇ ਪਾਤਰਾਂ ਦਾ ਚਰਿੱਤਰ ਚਿਤਰਨ ਕਰੋ। ਪਹਿਲਾ ਰੱਖੀ ਦਾ ਤੇ ਦੂਜਾ ਦਿੱਤੇ ਦਾ। ਉੱਤਰ, ਰੱਖੀ ਮੋਤੀ ਕਹਾਣੀ ਦੀ ਮੁੱਖ ਪਾਤਰ ਹੈ। ਉਹ ਦਿੱਤੇ ਦੀ ਪਤਨੀ ਹੈ।
ਉਸ ਦੀ ਉਮਰ 55 ਸਾਲਾਂ ਤੋਂ ਵੱਧ ਹੈ। ਉਸਦੇ 2 ਜਵਾਨ ਪੁੱਤਰ ਮਾਰੇ ਗਏ ਸਨ। ਵੱਡਾ ਮਾਮਦੀਨ ਪੁਲਿਸ ਦੇ ਜ਼ਬਰ ਨਾਲ ਮਾਰਿਆ ਗਿਆ ਸੀ ਅਤੇ ਛੋਟਾ 1947 ਦੀ ਫਿਰਕੂ ਹਨੇਰੀ ਵਿੱਚ। ਉਹ ਮਮਤਾ ਦੀ ਮਾਰੀ ਹੋਈ ਮਿਹਨਤੀ, ਮੋਟੀ ਮੱਤ ਵਾਲੀ, ਪਤੀ ਦੀ ਸੇਵਾਦਾਰ, ਕਰਜ਼ੇ ਦੀ ਮਾਰੀ ਹੋਈ, ਗੁੱਸੇਖੋਰ ਅਤੇ ਮਾਨਸਿਕ ਤੌਰ 'ਤੇ ਰੋਗੀ ਸੀ। ਮਮਤਾ ਦੀ ਮਾਰੀ ਹੋਈ ਰੱਖੀ ਦੇ ਦੋਵੇਂ ਪੁੱਤਰ ਮਾਰੇ ਗਏ ਸਨ, ਜਿਸ ਕਰਕੇ ਉਹ ਦੁਖੀ ਅਤੇ ਪਰੇਸ਼ਾਨ ਰਹਿੰਦੀ ਸੀ। ਇਸੇ ਕਾਰਨ ਉਹ ਜਗੀਰ ਭੰਗੂ ਦੇ ਘਰੋਂ ਗਧੇ ਦਾ ਬੱਚਾ ਲਿਆ ਕੇ ਉਸ ਨੂੰ ਪੁੱਤਰਾਂ ਵਾਂਗ ਪਾਲਦੀ ਹੈ। ਫਿਰ ਜਦੋਂ ਗਿੱਧੇ ਦਾ ਪੁੱਤਰ ਕਰਜ਼ੇ ਦੀ ਵਸੂਲੀ ਵਿੱਚ ਉਹਨਾਂ ਦੇ ਘਰੋਂ ਗਧੇ ਨੂੰ ਲੈ ਗਿਆ, ਉਹ ਬਹੁਤ ਦੁਖੀ ਹੋਈ ਅਤੇ ਉਸ ਨੇ ਅੰਦਰ ਵੜ ਕੇ ਉਸਨੂੰ ਹਜ਼ਾਰਾਂ ਦਰਸੀਸ ਦਿੱਤੀ ਅਤੇ ਸਮਝਾਉਣ ਆਏ ਦਿੱਤੇ ਨੂੰ ਉਹ ਚਾਰੇ ਖੁਰ ਚੁੱਕ ਕੇ ਪੈ ਗਈ। ਘੁਨੁੱਟਾ ਲਾਉਂਦਿਆਂ ਨਾਲ ਉਸਦਾ ਮੂੰਹ ਮੱਥਾ ਵਲੂੰਧਰ ਦਿੱਤਾ। ਮਿਹਨਤੀ ਉਹ ਇੱਕ ਮਿਹਨਤੀ ਇਸਤਰੀ ਸੀ। ਘਰ ਦੀ ਰੋਜੀ ਚਲਾਉਣ ਲਈ ਉਹ ਕਿਸੇ ਵੀ ਦਾ ਰੂਹ ਵੇਲਦੀ ਸੀ, ਕਿਸੇ ਦਾ ਪੀਣਾ ਛਾਂਟਦੀ ਸੀ, ਕਿਸੇ ਦੇ ਧਾਨ ਛੱਡਦੀ ਸੀ ਅਤੇ ਕਿਸੇ ਦੀਆਂ ਕੰਧਾਂ ਲਿੱਪਦੀ ਸੀ। ਮੋਟੀ ਮੱਤ ਵਾਲੀ ਦਿੱਤੇ ਦੀ ਨਜ਼ਰ ਵਿੱਚ ਉਹ ਮੋਟੀ ਮੱਤ ਵਾਲੀ ਸੀ, ਜਿਸ ਨੇ ਕਿ ਜਗੀਰ ਭੰਗੂ ਹੋਰਾਂ ਦੇ ਘਰਾਂ ਉਹਨਾਂ ਦੀ ਇੱਛਾ ਅਨੁਸਾਰ ਕੋਈ ਵਧੀਆ ਚੀਜ਼ ਮੰਗਣ ਦੀ ਥਾਂ ਇੱਕ ਗਧੇ ਦਾ ਬੱਚਾ ਮੰਗਿਆ ਸੀ। ਉਸਦੀ ਇਹ ਮੰਗ ਸੁਣ ਕੇ ਜਗੀਰ ਹੋਰਾਂ ਦੇ ਹੱਸ ਢਿੱਡੀ ਪੀੜਾਂ ਪੈ ਗਈਆਂ ਸਨ। ਪਤੀ ਦੀ ਸੇਵਾਦਾਰ ਉਹ ਆਪਣੇ ਬਿਮਾਰ ਪਤੀ ਦੀ ਸੇਵਾ ਕਰਦੀ ਹੈ ਅਤੇ ਦਵਾਈ ਆਦਿ ਦਾ ਪ੍ਰਬੰਧ ਕਰਦੀ ਹੈ। ਕਰਜ਼ ਦੀ ਸ਼ਿਕਾਰ ਦਿੱਤੇ ਦੀ ਬਿਮਾਰੀ ਕਾਰਨ ਉਸ ਨੂੰ ਗਿੱਧਾ ਮੱਲ ਤੋਂ ਕਰਜ਼ਾ ਲੈਣਾ ਪਿਆ ਅਤੇ ਉਹ ਧਨ ਦੇ ਵਿਆਜ ਵਜੋਂ ਉਸ ਦੇ ਪਾਲੇ ਗਧੇ ਦੇ ਬੱਚੇ ਨੂੰ ਮੋਤੀ ਨੂੰ ਲੈ ਗਿਆ। ਗੁੱਸੇਖੋਰ ਉਹ ਉਂਝ ਤਾਂ ਪਤੀ ਦੀ ਸੇਵਾਦਾਰ ਹੈ, ਪਰ ਉਸ ਨੂੰ ਉਦੋਂ ਗੁੱਸਾ ਚੜ੍ਹਦਾ ਹੈ ਜਦੋਂ ਉਹ ਗਿੱਧੇ ਦੀ ਪ੍ਰਸ਼ੰਸਾ ਕਰਦਾ ਹੈ। ਉਹ ਨੌਂਦਰਾਂ ਨਾਲ ਉਸਦਾ ਮੂੰਹ ਮੱਥਾ ਵਲੂੰਧਰ ਦਿੰਦੀ ਹੈ। ਮਾਨਸਿਕ ਤੌਰ 'ਤੇ ਰੋਗੀ ਉਹ ਮਮਤਾ ਦੀ ਮਾਰੀ ਮਾਨਸਿਕ ਤੌਰ 'ਤੇ ਰੋਗੀ ਹੋ ਚੁੱਕੀ ਸੀ। ਇਸੇ ਕਾਰਨ ਉਸ ਦੀ ਅਕਲ ਬਹੁਤ ਕੰਮ ਨਹੀਂ ਕਰ ਰਹੀ ਸੀ। ਉਹ ਦਿੱਤੇ ਨੂੰ ਘੁਰੁੱਟਾਂ ਲਾਉਂਦਰਾਂ ਮਾਰਦੀ ਹੈ ਅਤੇ ਚਾਂਗਰਾਂ ਮਾਰਦੀ ਹੈ। ਚਰਿੱਤਰ ਦਿੱਤੇ ਦਾ ਦਿੱਤਾ ਮੋਤੀ ਕਹਾਣੀ ਦਾ ਇੱਕ ਪਾਤਰ ਹੈ। ਉਸ ਨੂੰ ਪਹਿਲਾਂ ਸਾਰਾ ਆਲਾ ਦਿੱਤਾ ਕਹਿੰਦੇ ਸਨ, ਪਰ ਧਰਮ ਬਦਲਣ ਮਗਰੋਂ ਉਸ ਨੂੰ ਗੁਰਦਿੱਤ ਸਿੰਘ ਕਿਹਾ ਜਾਣ ਲੱਗਾ। ਦਿੱਤਾ ਘੁਮਿਆਰ ਸੀ। ਉਹ ਪਾਕਿਸਤਾਨ ਬਣਨ ਮਗਰੋਂ ਵੀ ਆਪਣੇ ਪਿੰਡ ਵਿੱਚ ਹੀ ਰਿਹਾ ਸੀ। ਰੱਖੀ ਉਸ ਦੀ ਪਤਨੀ ਸੀ। ਮਾਮਦੀਨ ਅਤੇ ਤੌਫੀਕ ਉਸਦੇ 2 ਪੁੱਤਰ ਸਨ, ਜੋ ਕਿ ਮਾਰੇ ਜਾ ਚੁੱਕੇ ਸਨ। ਉਹ ਆਪਣੇ ਪਿਓ ਦਾਦੇ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਸੀ। ਫਿਰਕੂ, ਪਾਗਲਪਨ ਅਤੇ ਜ਼ਬਰ ਦਾ ਸ਼ਿਕਾਰ, ਮਿਹਨਤੀ ਪਰ ਗਰੀਬ ਅਤੇ ਸਮਝਦਾਰ ਆਦਮੀ ਸੀ। ਪਿਓ ਦਾਦੇ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਉਸ ਨੂੰ ਆਪਣੇ ਪਿਓ ਦਾਦੇ ਦੀ ਧਰਤੀ ਨਾਲ ਪਿਆਰ ਸੀ। ਇਸੇ ਕਰਕੇ ਉਸਨੇ ਪਾਕਿਸਤਾਨ ਬਣਨ ਸਮੇਂ ਜੱਦੀ ਪਿੰਡ ਛੱਡਣਾ ਸਵੀਕਾਰ ਨਾ ਕੀਤਾ। ਇਸ ਖਾਤਰ ਉਸਨੇ ਧਰਮ ਬਦਲਿਆ ਅਤੇ ਗਧੇ ਵੀ ਵੇਚ ਦਿੱਤੇ। ਫਿਰਕੂ, ਪਾਗਲਪਨ ਅਤੇ ਜ਼ਬਰ ਦਾ ਸ਼ਿਕਾਰ ਸਰਕਾਰੀ ਜ਼ਬਰ ਨੇ ਉਸ ਦੇ ਵੱਡੇ ਮੁੰਡੇ ਮਾਮਦੀਨ ਦੀ ਜਾਨ ਲੈ ਲਈ ਅਤੇ ਫਿਰਕੂ, ਪਾਗਲਪਨ ਨੇ ਉਸ ਦੇ ਛੋਟੇ ਮੁੰਡੇ ਤੌਫੀਕ ਖੋਹ ਲਿਆ। ਇਸ ਪ੍ਰਕਾਰ ਉਹ ਫਿਰਕੂ, ਪਾਗਲਪਨ ਅਤੇ ਸਰਕਾਰੀ ਜ਼ਬਰ ਦਾ ਸ਼ਿਕਾਰ ਸੀ। ਮਿਹਨਤੀ ਪਰ ਗਰੀਬ ਆਦਮੀ ਉਹ ਇੱਕ ਮਿਹਨਤੀ ਆਦਮੀ ਸੀ। ਉਹ ਕੁਮਾਰ ਹੋਣ ਕਰਕੇ ਪਹਿਲਾਂ ਗਧਿਆਂ ਉੱਪਰ ਭਾਰ ਢੋਣ ਦਾ ਕੰਮ ਕਰਦਾ ਸੀ, ਪਰ ਮਗਰੋਂ ਗਧੇ ਵੇਚਣ ਪਿੱਛੋਂ ਉਹ ਨਰਾਤਾ ਸਿੰਘ ਦੇ ਪਸ਼ੂ ਸੰਭਾਲਣ ਲੱਗਾ, ਸਿਰਫ ਰੋਟੀ ਕੱਪੜੇ ਅਤੇ 15 ਰੁਪਏ ਮਹੀਨੇ ਉੱਤੇ। ਸਮਝਦਾਰ ਆਦਮੀ ਉਹ ਇੱਕ ਸਮਝਦਾਰ ਆਦਮੀ ਸੀ। ਉਸਨੇ ਪਿਓ ਦਾਦੇ ਦੀ ਧਰਤੀ ਨਾਲ ਆਪਣਾ